हाँ जी बेटा, आप करते पे चैप्टर नंबर 5 एक्सरसाइज गाइडलाइंस फॉर अडल्ट्स 18 to 64 ईयर्स। पेज नंबर 168 तो बेटा आप चल रहे हैं, स्टार्ट कर रहे हैं। ये रिकमेंडेशंस जेंडर, रेस, एथनिसिटी और सोशल इकनॉमिक्स स्टेटस किसी भी मामले की बजाय 18 to 64 ईयर एज ਦੇ ਹੈਲਥੀ ਅਡਲਟਸ ਲਈ ਰੈਲੀਵੈਂਟ ਹਨ। ਡਿਸੇਬਿਲਿਟੀਜ਼ ਐਡਜਸਟਮੈਂਟ ਕਪੈਸਿਟੀ ਔਰ ਲਿਮਿਟੇਸ਼ਨ ਦੇ ਅਨੁਸਾਰ ਇਹ ਰਿਕਮੈਂਡੇਸ਼ਨ ਨੂੰ ਫੋਲੋ ਕਰ ਸਕਦੇ ਹਨ। ਕੋਈ ਵੀ ਮੈਡੀਕਲ ਕੰਡੀਸ਼ਨ ਵਾਲੇ ਅਡਲਟਸ ਨੂੰ ਮੈਡੀਕਲ ਆਫੀਸ਼ੀਅਲ ਦੀ ਐਡਵਾਈਸ ਨੂੰ ਫੋਲੋ ਕਰਨਾ ਚਾਹੀਦਾ ਹੈ। ਐਕਟੀਵਿਟੀਜ਼ ਨੂੰ ਪ੍ਰੋਗਰੈਸਿਵ ਮੈਨਰ ਨਾਲ ਕੀਤਾ ਜਾਣਾ ਚਾਹੀਦਾ ਹੈ। ਫੋਰ ਐਗਜ਼ਾਮਪਲ ਸਿੰਪਲ ਐਕਸਰਸਾਈਜ਼ ਦੇ ਨਾਲ ਸੈਸ਼ਨ ਸਟਾਰਟ ਕਰਨਾ ਚਾਹੀਦਾ ਹੈ ਤੇ ਕੰਪਲੈਕਸ ਤੱਕ ਜਾਣਾ ਚਾਹੀਦਾ ਹੈ। ਹੌਲੀ ਹੌਲੀ ਫ੍ਰੀਕੁਐਂਸੀ, ਡਿਊਰੇਸ਼ਨ, ਇੰਟੈਂਸਿਟੀ ਆਫ ਦਾ ਐਕਟੀਵਿਟੀ ਇਨਕਰੀਜ਼ ਹੁੰਦੀ ਹੈ। ਹੁਣ ਬੇਟਾ ਦਾ ਚਾਰਟ ਆ ਗਿਆ ਜੀ। ਇੰਟੈਂਸਿਟੀ ਮੋਡਰੇਟ ਟੂ ਵਿਗਰਸ, ਮਤਲਬ ਕਿ ਉਹ ਹੀ ਆਪਾਂ ਸਿੰਪਲ ਤੋਂ ਸਟਾਰਟ ਕਰਕੇ ਕੰਪਲੈਕਸ ਤੱਕ ਜਾਣਾ ਵਾ। ਟਾਈਪ ਆਫ ਐਕਟੀਵਿਟੀਜ਼, ਮਤਲਬ ਇਹ 'ਚ ਐਕਟੀਵਿਟੀਜ਼ ਕਿਹੜੀਆਂ ਹੁੰਦੀਆਂ ਨੇ? ਮਸਕੂਲਰ ਸਟਰੈਂਥਿੰਗ, ਜਿਹੜੀ ਆਪਣੇ ਮਸਲਸ ਦੀ ਸਟਰੈਂਥ ਵਧਾਉਂਦੀਆਂ ਨੇ, ਐਂਡ ਐਰੋਬਿਕ ਫਿਜ਼ੀਕਲ ਐਕਟੀਵਿਟੀਜ਼। ਉਸ ਤੋਂ ਬਾਅਦ ਐਰੋਬਿਕ ਐਕਟੀਵਿਟੀਜ਼ ਦੇ ਵਿੱਚ ਕੀ ਆ ਜਾਣਾ ਬੇਟਾ? 150 to 300 ਮਿੰਟ ਪਰ ਵੀਕ ਵਿਦ ਏ ਮੋਡਰੇਟ ਇੰਟੈਂਸਿਟੀ, ਮਤਲਬ ਕਿ ਇੱਕ ਨੋਰਮਲ ਐਵਰੇਜ ਦੇ ਨਾਲ ਕਰਨਾ ਵਾ। ਵੀਕ ਦੇ ਵਿੱਚ 150 ਤੋਂ 300 ਆਪਾਂ ਮਿੰਟ ਲਈ ਕਰਨਾ ਵਾ। ਉਸ ਤੋਂ ਬਾਅਦ ਔਰ 75 to 150 ਮਿੰਟ ਪਰ ਵੀਕ ਵਿਦ ਵਿਗਰਸ ਇੰਟੈਂਸਿਟੀ, ਮਤਲਬ ਜਿਹੜੀ ਹਾਰਡ ਐਕਸਰਸਾਈਜ਼ ਆ ਉਹ ਆਪਾਂ 75 to 150, ਹਾਫ ਹੋ ਗਿਆ ਉਹਦਾ ਮੋਡਰੇਟ ਤੋਂ, ਉਹ ਆਪਾਂ ਕਰ ਸਕਦੇ ਹਾਂ। ਵਨ ਐਰੋਬਿਕ ਐਕਟੀਵਿਟੀ ਬਾਊਟ ਸ਼ੁੱਡ ਬੀ ਐਟ ਲੀਸਟ 10 ਮਿੰਟ, ਮਤਲਬ ਇੱਕ ਐਕਟੀਵਿਟੀ ਕਮ ਸੇ ਕਮ 10 ਮਿੰਟ ਦੀ ਹੋਣੀ ਚਾਹੀਦੀ ਹੈ। ਮਸਲ ਸਟਰੈਂਥਿੰਗ ਐਕਟੀਵਿਟੀ, ਇਹਦੇ ਵਿੱਚ ਐਕਟੀਵਿਟੀਜ਼ ਇਨਵੋਲਵ, ਮੇਜਰ ਮਸਲ ਇਨਵੋਲਵਡ ਹੁੰਦੇ ਆ ਐਕਟੀਵਿਟੀਜ਼ 2 or more ਡੇ ਇਨ ਏ ਵੀਕ, ਮਤਲਬ ਕਿ ਜਿਹੜੇ ਮਸਲ ਇੱਕ ਐਕਟੀਵਿਟੀ ਦੇ ਵਿੱਚ ਇਨਵੋਲਵ ਹੁੰਦੇ ਆ। ਫੋਰ ਐਗਜ਼ਾਮਪਲ ਆਪਣੀ ਬੈਕ ਇਨਵੋਲਵ ਹੋ ਰਹੀ ਆ ਤਾਂ ਉਹ ਆਪਾਂ ਵੀਕ 'ਚ 2 ਵਾਰੀ ਕਰ ਸਕਦੇ ਹਾਂ। ਉਸ ਤੋਂ ਬਾਅਦ ਬੈਨੀਫਿਟਸ, ਰੈਗੂਲਰ ਫਿਜ਼ੀਕਲ ਐਕਟੀਵਿਟੀ ਹੈਲਪਸ ਟੂ ਲੋਅਰ ਦਾ ਰਿਸਕ ਆਫ ਆਲ ਕਾਜ਼ ਆਫ ਮੋਰਾਲਿਟੀ। ਇਹਦੇ ਵਿੱਚ ਜਿਵੇਂ ਰਿਸਕ ਕਾਹਦਾ ਘਟਦਾ ਵਾ? ਜਿਵੇਂ ਹਾਰਟ ਡਿਜ਼ੀਜ਼, ਬਲੱਡ ਪ੍ਰੈਸ਼ਰ, ਸਟ੍ਰੋਕ, ਟਾਈਪ 2 ਡਾਇਬਟੀਜ਼, ਮੈਟਾਬੋਲਿਕ ਸਿੰਡਰੋਮ, ਕੋਲਨ ਐਂਡ ਬ੍ਰੈਸਟ ਕੈਂਸਰ ਐਂਡ ਡਿਪਰੈਸ਼ਨ। ਇਹ ਹਿਪ ਔਰ ਵਰਟੀਬਰਲ ਫ੍ਰੈਕਚਰ, ਮਤਲਬ ਕਿ ਹਿਪ ਦੀ ਵੀ ਪ੍ਰੋਬਲਮ ਆ ਸਕਦੀ ਹੈ ਆਪਣੇ, ਅਤੇ ਵਰਟੀਬਰਲ ਫ੍ਰੈਕਚਰ ਜਿਹੜੇ ਸਪਾਈਨਲ ਦੇ ਵਿੱਚ ਹੁੰਦੇ ਉਹਨਾਂ ਦੀ ਵੀ ਆ ਸਕਦੀ ਹੈ। ਐਂਡ ਟੂ ਡਿਵੈਲਪ ਹਾਇਰ ਲੈਵਲ ਆਫ ਕਾਰਡੀਓ ਰੈਸਪੀਰੇਟਰੀ muscular fitness and maintain healthy weight and healthy body composition. Bone health, it lower the risk of non-communicable disease and depression. ਇਹਨਾਂ ਚੀਜ਼ਾਂ ਤੋਂ ਇਹ ਬਚਾਉਂਦਾ ਵਾ ਜੇ ਇਹਦੇ ਆਪਾਂ ਬੈਨੀਫਿਟਸ ਵੇਖੀਏ। ਨੈਕਸਟ ਬੇਟਾ ਜੀ ਨੰਬਰ 4 ਐਕਸਰਸਾਈਜ਼ ਗਾਈਡਲਾਈਨਸ ਫॉर 올ਡਰ ਅਡਲਟਸ 65 ਐਂਡ ਅਬਵ, ਮਤਲਬ ਕਿ 65 ਸਾਲ ਤੋਂ ਉੱਤੇ ਵਾਲੇ। ਇਹ ਰਿਕਮੈਂਡੇਸ਼ਨ 65 ਤੋਂ ਵੱਧ ਏਜ ਦੇ ਹੈਲਦੀ 올ਡਰ ਅਡਲਟਸ ਲਈ ਹਨ। ਜੈਂਡਰ, ਰੇਸ, ਐਥਨੀਸਿਟੀ ਔਰ ਸੋਸ਼ਲ ਇਕਨੋਮਿਕ ਸਟੇਟਸ ਦੀ ਪਰਵਾਹ ਕੀਤੇ ਬਿਨਾਂ ਇਹ ਰਿਕਮੈਂਡੇਸ਼ਨ ਉਹਨਾਂ ਵਿਅਕਤੀਆਂ ਲਈ ਹਨ ਜੋ ਕਰੋਨਿਕ ਨੋਨ ਕਮਿਊਨੀਕੇਬਲ ਡਿਜ਼ੀਜ਼ ਕੰਡੀਸ਼ਨ ਵਿੱਚ ਹਨ। ਡਿਸੇਬਿਲਿਟੀ ਵਾਲੇ ਅਡਲਟਸ ਕਪੈਸਿਟੀ ਐਂਡ ਲਿਮਿਟੇਸ਼ਨ ਦੇ ਅਨੁਸਾਰ ਐਡਜਸਟਮੈਂਟ ਦੇ ਨਾਲ ਇਹਨਾਂ ਰਿਕਮੈਂਡੇਸ਼ਨ ਨੂੰ ਫੋਲੋ ਕਰ ਸਕਦੇ ਹਨ। ਸਪੈਸੀਫਿਕ ਹੈਲਥ ਕੰਡੀਸ਼ਨ ਵਾਲੇ ਇੰਡੀਵਿਜੂਅਲਸ ਜਿਵੇਂ ਕਾਰਡੀਓਵੈਸਕੂਲਰ ਡਿਜ਼ੀਜ਼, ਮਤਲਬ ਕਿ ਹਾਰਟ ਨਾਲ ਰਿਲੇਟਡ ਜਿਨ੍ਹਾਂ ਨੂੰ ਪ੍ਰੋਬਲਮਸ ਨੇ, ਡਾਇਬਟੀਜ਼ ਨੂੰ 올ਡਰ ਅਡਲਟ ਲਈ ਫਿਜ਼ੀਕਲ ਐਕਟੀਵਿਟੀ ਦੇ ਰਿਕਮੈਂਡੇਸ਼ਨ ਕੀਤੇ ਲੈਵਲ ਨੂੰ ਅਚੀਵ ਕਰਨ ਦੀ ਟਰਾਈ ਕਰਨ ਤੋਂ ਪਹਿਲਾਂ ਐਕਸਟਰਾ ਪ੍ਰੀਕਾਸ਼ਨਸ ਲੈਣ ਅਤੇ ਮੈਡੀਕਲ ਐਡਵਾਈਸ ਲੈਣ ਦੀ ਜ਼ਰੂਰਤ ਹੁੰਦੀ ਹੈ। ਐਕਟੀਵਿਟੀ ਪ੍ਰੋਗਰੈਸਿਵ ਮੈਨਰ ਨਾਲ ਕੀਤੀਆਂ ਜਾਣੀਆਂ ਚਾਹੀਦੀਆਂ ਹਨ। ਫੋਰ ਐਗਜ਼ਾਮਪਲ ਸਿੰਪਲ ਐਕਸਰਸਾਈਜ਼ ਟੂ ਕੰਪਲੈਕਸ ਤੱਕ ਹੌਲੀ ਹੌਲੀ ਵੱਧਦੀ ਹੈ। ਫ੍ਰੀਕੁਐਂਸੀ, ਡਿਊਰੇਸ਼ਨ, ਇੰਟੈਂਸਿਟੀ ਕੰਡੀਸ਼ਨ ਅਲਾਓ ਕਰਦੀਆਂ ਹਨ। ਹੁਣ ਬੇਟਾ 65 ਤੋਂ ਵੱਧ ਵਾਲੇ ਦੇ ਚਾਰਟ ਹੈਗਾ। ਇੰਟੈਂਸਿਟੀ ਮੋਡਰੇਟ ਤੋਂ ਵਿਗਰਸ, ਉਹ ਸੇਮ ਹੀ ਹੈ। ਟਾਈਪ ਆਫ ਐਕਟੀਵਿਟੀਜ਼, ਮਸਕੂਲਰ ਸਟਰੈਂਥਿੰਗ, ਐਰੋਬਿਕ ਫਿਜ਼ੀਕਲ ਐਕਟੀਵਿਟੀਜ਼ ਐਂਡ ਬੈਲੈਂਸ ਇਨਹਾਂਸਿੰਗ ਐਕਸਰਸਾਈਜ਼, ਜਿਹਦੇ ਵਿੱਚ ਬੈਲੈਂਸ ਬਣਦਾ ਵਾ, ਜਾਂ ਐਸੀ ਐਕਸਰਸਾਈਜ਼ ਆ ਜਿਹਦੇ ਨਾਲ ਆਪਣੀ ਮਸਕੂਲਰ ਸਟਰੈਂਥ ਵੱਧਦੀ ਆ ਜਾਂ ਐਰੋਬਿਕ ਫਿਟਨੈਸ ਵੱਧਦੀ ਹੈ। ਉਸ ਤੋਂ ਬਾਅਦ ਐਰੋਬਿਕ ਐਕਟੀਵਿਟੀਜ਼,
ਇਹਦੇ ਵਿੱਚ 150 ਤੋਂ 300 ਮਿੰਟ ਪਰ ਵੀਕ ਮੋਡਰੇਟ ਇੰਟੈਂਸਿਟੀ। ਉਹ ਸੇਮ ਹੀ ਹੈ ਬੇਟਾ ਪਹਿਲੇ ਵਾਲੇ ਦਾ 18 to 64 ਵਾਲੇ ਦਾ। 150 ਤੋਂ 300 ਮਿੰਟ ਪਰ ਵੀਕ ਨੋਰਮਲ ਐਕਸਰਸਾਈਜ਼ ਕਰਨੀ ਹੈ। ਜੇ ਤੁਸੀਂ ਹਾਰਡ ਐਕਸਰਸਾਈਜ਼ ਕਰਨੀ ਆ ਤਾਂ 75 to 150 ਮਿੰਟ ਪਰ ਵੀਕ ਕਰੋ। 1 ਐਰੋਬਿਕ ਐਕਟੀਵਿਟੀ ਬਾਊਟ ਸ਼ੁੱਡ ਬੀ ਐਟ ਲੀਸਟ 10 ਮਿੰਟ। ਉਸ ਤੋਂ ਬਾਅਦ ਮਸਲ ਸਟਰੈਂਥਨਿੰਗ ਐਕਟੀਵਿਟੀ। ਇਹਦੇ ਵਿੱਚ ਜਿਹੜੀਆਂ ਮਸਲ ਸਟਰੈਂਥਨਿੰਗ ਐਕਟੀਵਿਟੀਜ਼ ਹੈਗੀਆਂ ਨੇ, ਐਕਟੀਵਿਟੀਜ਼ ਇਨਵੋਲਵ ਮੇਜਰ ਮਸਲ ਇਨਵੋਲਵਿੰਗ ਐਕਟੀਵਿਟੀ 2 or more ਡੇ ਇਨ ਏ ਵੀਕ। ਉਹ ਸੇਮ ਹੀ ਹੈ ਬੇਟਾ, 2 ਦਿਨ ਵੱਧ ਤੋਂ ਵੱਧ ਇੱਕ ਵੀਕ ਦੇ ਵਿੱਚ ਇੱਕ ਜਿਹੜੇ ਮਸਲ ਆਪਾਂ ਇੰਗੇਜ ਕਰ ਰਹੇ ਹਾਂ ਉਹਨਾਂ ਨੂੰ ਕਰਨਾ ਚਾਹੀਦਾ। ਉਸ ਤੋਂ ਬਾਅਦ ਬੈਲੈਂਸ ਐਨਹਾਂਸਿੰਗ ਐਕਟੀਵਿਟੀਜ਼। ਓਲਡਰ ਅਡਲਟਸ ਵਿਦ ਪੂਅਰ ਮੋਬਿਲਿਟੀ should perform physical activity enhance balance and prevent falls with 3 more day per week। ਹੁਣ ਬੇਟਾ ਬੈਨੀਫਿਟਸ ਆ ਗਏ। ਰੈਗੂਲਰ ਫਿਜ਼ੀਕਲ ਐਕਟੀਵਿਟੀ ਹੈਲਪ ਦਾ ਲੋਅਰ ਦਾ ਰਿਸਕ ਆਫ ਆਲ ਕਾਜ਼ ਮੋਰਟੈਲਿਟੀ, ਜਿਹਦੇ ਵਿੱਚ ਹਾਰਟ ਡਿਜ਼ੀਜ਼, ਬਲੱਡ ਪ੍ਰੈਸ਼ਰ, ਸਟ੍ਰੋਕ, ਟਾਈਪ 2 ਡਾਇਬਟੀਜ਼, ਮੈਟਾਬੋਲਿਕ ਸਿੰਡਰੋਮ, ਕੋਲਨ, ਬ੍ਰੈਸਟ ਕੈਂਸਰ, ਡਿਪਰੈਸ਼ਨ, ਇਹ ਸਾਰਾ ਸੇਮ ਹੀ ਹੈ ਬੇਟਾ, ਸਾਰਾ ਹੀ ਸੇਮ ਆ ਬਿਲਕੁਲ। ਇਹਦੇ ਤੋਂ ਆਪਾਂ ਨੂੰ ਬਚਾਉਂਦੀ ਆ। ਹੁਣ ਐਕਟੀਵਿਟੀ ਦੇ ਵਿੱਚ ਬੇਟਾ ਆ ਗਿਆ ਫਿਜ਼ੀਕਲ ਐਕਟੀਵਿਟੀ ਦੇ ਵਿੱਚ ਵਾਕਿੰਗ, ਜੋਗਿੰਗ, ਸਵਿਮਿੰਗ, ਵੇਟ ਟ੍ਰੇਨਿੰਗ, ਡਾਂਸਿੰਗ। ਓਕੂਪੇਸ਼ਨਲ ਵਰਕ, ਹਾਊਸ ਹੋਲਡ ਵਰਕ ਜਿਵੇਂ ਕਾਰ ਵਾਸ਼, ਗਾਰਡਨਿੰਗ ਐਕਸੈਟਰਾ ਵੀ ਹੋ ਸਕਦੀ ਹੈ ਐਡ। ਗੇਮਸ, ਸਪੋਰਟਸ, ਰਿਕ੍ਰੀਏਸ਼ਨ, ਟਰਾਂਸਪੋਰਟੇਸ਼ਨ ਜਿਵੇਂ ਵਾਕਿੰਗ ਐਂਡ ਸਾਈਕਲਿੰਗ, ਪਲੈਨਡ ਐਕਸਰਸਾਈਜ਼ ਔਰ ਵਿਦ ਏ ਫੈਮਿਲੀ ਐਂਡ ਏ ਕਮਿਊਨਿਟੀ, ਇਹ ਆਪਾਂ ਕਰ ਸਕਦੇ ਹਾਂ। ਹੁਣ ਬੇਟਾ ਜੀ ਅੱਗੇ ਆ ਗਿਆ ਜੀ ਕਾਮਨ ਪੋਸਚਰਲ ਡਿਫੋਰਮਿਟੀਜ਼, ਜਿਹਦੇ ਵਿੱਚ ਨੌਕ ਨੀ, ਫਲੈਟ ਫੁੱਟ, ਰਾਊਂਡ ਸ਼ੋਲਡਰ, ਲੋਡੋਸਿਸ, ਕਾਈਪੋਸਿਸ, ਉਸ ਤੋਂ ਬਾਅਦ ਬੋ ਲੈਗ, ਸਕੋਲੋਸਿਸ ਐਂਡ ਅਦਰ ਕਰੈਕਟਿਵ ਮੇਜਰਸ ਆ ਜਾਣਗੇ। ਇਹ ਆਪਾਂ ਅਗਲਾ ਨੈਕਸਟ ਕਰਨਾ ਵਾ 5.3। ਪੋਸਚਰ ਇੱਕ ਪਰਸਨ ਆਪਣੀ ਬਾਡੀ ਨੂੰ ਕਿਵੇਂ ਹੋਲਡ ਕਰਦਾ ਹੈ। ਇਹ ਉਹ ਪੋਜੀਸ਼ਨ ਨੂੰ ਰੈਫਰ ਕਰਦਾ ਹੈ ਜਿਸ ਵਿੱਚ ਇੱਕ ਪਰਸਨ ਸਟੈਂਡਿੰਗ, ਸਿਟਿੰਗ ਔਰ ਲੇਇੰਗ ਕਰਦਾ ਹੋਇਆ ਬਾਡੀ ਹੋਲਡ ਕਰਦਾ ਹੈ। ਗੁੱਡ ਪੋਸਚਰ ਆਸਾਨੀ ਨਾਲ ਖੜ੍ਹੇ ਹੋਣ ਨਾਲੋਂ ਕਿਤੇ ਜ਼ਿਆਦਾ ਹੈ ਕਿ ਕੋਈ ਉਸ ਨੂੰ ਬੈਸਟ ਵੱਲ ਲੈ ਕੇ ਜਾਂਦਾ। ਇਹ ਸਾਡੀ ਬਾਡੀ ਲੌਂਗ ਟਰਮ ਹੈਲਥ ਦਾ ਇੱਕ ਇੰਪੋਰਟੈਂਟ ਪਾਰਟ ਹੈ। ਪਰਸਨ ਨੂੰ ਇਹ ਸ਼ੋਰ ਕਰਨਾ ਚਾਹੀਦਾ ਹੈ ਕਿ ਉਹ ਆਪਣੀ ਬਾਡੀ ਨੂੰ ਹੋਲਡ ਕਰਨਾ ਕਿਵੇਂ ਕਰਨਾ ਹੈ। ਭਾਵੇਂ ਉਹ ਮੂਵਿੰਗ ਔਰ ਸਟਿਲ, ਫਿਰ ਵੀ ਪੇਨ ਤੋਂ ਪ੍ਰੀਵੈਂਟ ਕਰ ਸਕਦਾ ਹੈ। ਇੰਜਰੀਜ਼ ਐਂਡ ਅਦਰ ਹੈਲਥ ਪ੍ਰੋਬਲਮਸ ਨੂੰ ਵੀ ਪੋਸਚਰ ਨੂੰ ਟੂ ਕੈਟਾਗਰੀਜ਼ ਦੇ ਵਿੱਚ ਆਪਾਂ ਡਿਵਾਈਡ ਕਰ ਸਕਦੇ ਹਾਂ। ਉਸ ਤੋਂ ਬਾਅਦ ਆ ਗਿਆ ਬੇਟਾ ਜੀ ਪਹਿਲਾਂ ਡਾਇਨਮਿਕ ਪੋਸਚਰ। ਇਹ ਸਿੰਪਲੀ ਪੋਜੀਸ਼ਨ ਹੁੰਦੀ ਹੈ ਜਦੋਂ ਬਾਡੀ ਮੂਵ ਕਰਦੇ ਸਮੇਂ ਇਹ ਹੁੰਦਾ ਹੈ। ਐਗਜ਼ਾਮਪਲ ਵਾਕਿੰਗ, ਰਨਿੰਗ, ਕਿਸੇ ਨੂੰ ਵੀ ਪਿਕ ਕਰਨ ਲਈ ਬੈਂਡ ਕਰਨਾ, ਮੂਵਮੈਂਟ ਲਈ ਆਮ ਤੌਰ 'ਤੇ ਇੱਕ ਐਫੀਸ਼ੀਐਂਟ ਬੇਸਿਸ ਬਣਾਉਣ ਲਈ ਰਿਕੁਆਇਰਡ ਹੁੰਦਾ ਹੈ। ਸੈਕਿੰਡ ਬੇਟਾ ਆ ਗਿਆ ਜੀ ਸਟੈਟਿਕ ਪੋਸਚਰ। ਸਟੈਟਿਕ ਪੋਸਚਰ ਦੇ ਵਿੱਚ ਇਹ ਪੋਜੀਸ਼ਨ ਹੈ ਜਦੋਂ ਬਾਡੀ ਸਟੇਸ਼ਨਰੀ ਔਰ ਨਾਟ ਮੂਵਿੰਗ ਹੁੰਦੀ ਹੈ। ਫॉर एग्जांपल ਸਿਟਿੰਗ, ਸਟੈਂਡਿੰਗ ਐਂਡ ਲੇਇੰਗ। ਬਾਡੀ ਸੈਗਮੈਂਟ, ਅਲਾਈਨਮੈਂਟ ਐਂਡ ਮੇਨਟੇਨੈਂਟ ਫਿਕਸਡ ਪੋਜੀਸ਼ਨ 'ਤੇ ਰੱਖੇ ਜਾਂਦੇ ਹਨ। ਨੈਕਸਟ ਆ ਗਿਆ ਬੇਟਾ ਜੀ ਕਾਮਨ ਪੋਸਚਰ ਡਿਫੋਰਮਿਟੀਜ਼। डिफॉर्मिटीज़ किसी भी कंपोनेंट और बॉडी पार्ट और बॉडी जॉइंट का मालफॉर्मेशन है जी बेटा। नैक्सट आ गया 5.3 कॉमन पोस्चरल डिफॉर्मिटीज़। ये स्पाइनल करवेचर आ जाता जी। पहला स्पाइन और बैकबोन स्मॉल बोन्स नाल बनी होंदी है अते डिस्क दे नाल भरी होंदी है। एक दूजे दे टॉप ते एक हैल्दी स्पाइन ਜਦੋਂ ਇੱਕ ਪਾਸੇ ਤੋਂ ਵੇਖੀ ਜਾਂਦੀ ਹੈ ਤਾਂ ਇਸ ਦੇ ਜੈਂਟਲ ਕਰਵ ਹੁੰਦੇ ਹਨ। ਕਰਵ ਸਪਾਈਨ ਬਾਡੀ ਮੂਵਮੈਂਟ ਐਂਡ ਗ੍ਰੈਵਿਟੀ ਤੋਂ ਸਟ੍ਰੈਸ ਨੂੰ ਅਬਜ਼ੋਰਬ ਕਰਨ ਵਿੱਚ ਹੈਲਪ ਕਰਦੇ ਹਨ। ਜਦੋਂ ਬੈਕ 'ਤੇ ਵੇਖਿਆ ਜਾਂਦਾ ਹੈ ਤਾਂ ਸਪਾਈਨ ਸਟ੍ਰੇਟ ਡਾਊਨ ਦੇ ਮਿਡਲ ਬੈਕ 'ਤੇ ਚਲੇ ਜਾਣਾ ਚਾਹੀਦਾ ਹੈ। ਜਦੋਂ ਸਪਾਈਨ ਦੀ ਅਬਨੋਰਮੈਲਿਟੀਜ਼ ਹੁੰਦੀਆਂ ਹਨ ਤਾਂ ਸਪਾਈਨ ਦੀ ਨੈਚੁਰਲ ਕਰਵੇਚਰਸ ਨੂੰ ਕੁਝ ਏਰੀਆਜ਼ ਵਿੱਚ ਮਿਸਅਲਾਈਨਡ ਔਰ ਐਗਰੇਟਡ ਵਿੱਚ ਰੱਖਿਆ ਜਾਂਦਾ ਹੈ। ਇਸ ਦੀਆਂ 3 ਟਾਈਪਸ ਹਨ। ਪਹਿਲੀ ਹੈਗੀ ਜੀ ਕਾਈਪੋਸਿਸ, ਸੈਕਿੰਡ ਲੋਡੋਸਿਸ, ਥਰਡ ਸਕੋਲੋਸਿਸ। ਹੁਣ ਪਹਿਲੀ ਬੇਟਾ ਹੈਗੀ ਹੈ ਜੀ ਕਾਈਪੋਸਿਸ। ਕਾਈਪੋਸਿਸ ਅਪਰ ਬੈਕ
ਦੇ ਰਾਊਂਡਿੰਗ ਹੈ। ਕੁਝ ਰਾਊਂਡਿੰਗ ਆਮ ਹੁੰਦੀਆਂ ਹਨ, ਪਰ ਵਰਡ ਕਾਈਪੋਸਿਸ ਅਕਸਰ ਇੱਕ ਐਗਜ਼ੈਗਰੇਟਡ ਰਾਊਂਡਿੰਗ ਨੂੰ ਦਰਸਾਉਂਦਾ ਹੈ 50 ਡਿਗਰੀ ਤੋਂ ਵੱਧ। ਇਸ ਡਿਫਾਰਮਿਟੀ ਨੂੰ ਰਾਊਂਡ ਬੈਕ ਜਾਂ ਹੰਚ ਬੈਕ ਵੀ ਕਿਹਾ ਜਾਂਦਾ ਹੈ। ਕਾਈਪੋਸਿਸ ਚੈਸਟ ਡਿਪਰੈਸ਼ਨ ਵਿੱਚ ਆਮ ਹੁੰਦਾ ਹੈ। ਇਹ ਕਿਸੇ ਵੀ ਏਜ ਵਿੱਚ ਹੋ ਸਕਦਾ ਹੈ, ਪਰ ਓਲਡ ਵੂਮਨ ਵਿੱਚ ਇਹ ਕਾਮਨ ਹੁੰਦਾ ਹੈ। ਏਜ ਰਿਲੇਟਡ ਕਾਈਪੋਸਿਸ ਅਕਸਰ ਸਪਾਈਨਲ ਬੋਨਸ ਵਿੱਚ ਵੀਕਨੈਸ ਕਾਰਨ ਬਣਦਾ ਹੈ। ਕਾਈਪੋਸਿਸ ਦੀਆਂ ਅਦਰ ਟਾਈਪਸ ਇਨਫੈਂਟਸ ਐਂਡ ਟੀਨਸ ਵਿੱਚ ਸਪਾਈਨਲ ਮਾਲ ਇਨਫੋਰਮੇਸ਼ਨ ਕਾਰਨ ਸਪਾਈਨਲ ਬੋਨ ਓਵਰ ਟਾਈਮ ਨਾਲ ਜੁੜਨ ਕਾਰਨ ਇਹ ਪ੍ਰਗਟ ਹੋ ਸਕਦਾ ਹੈ। ਮਤਲਬ ਕਿ ਇਹਨਾਂ ਕਰਕੇ ਪ੍ਰੋਬਲਮਸ ਆਪਾਂ ਨੂੰ ਆ ਸਕਦੀ ਹੈ। ਹੁਣ ਜਿਹੜੀ ਬੇਟਾ ਕਾਈਪੋਸਿਸ ਹੁੰਦਾ ਵਾ, ਕਾਈਪੋਸਿਸ ਕੀ ਹੈ, ਜਿਹੜੀ ਆਪਣੀ ਸਪਾਈਨਲ ਕੋਰਡ ਹੈ ਇਹ ਪਿੱਛੇ ਨੂੰ ਮਤਲਬ ਕਿ ਬੈਕ ਸਾਈਡ ਨੂੰ ਨਿਕਲ ਜਾਂਦੀ ਹੈ। ਜਿਵੇਂ ਇੱਕ ਇਨਸਾਨ ਨੂੰ ਕੁੱਬ ਪਿਆ ਹੁੰਦਾ ਵਾ, ਬੰਦੇ ਦੇ ਸ਼ੋਲਡਰ ਅੱਗੇ ਡਿੱਗ ਪੈਂਦੇ ਆ, ਅੱਗੇ ਨੂੰ ਝੁਕ ਜਾਂਦਾ ਵਾ ਅਤੇ ਸਪਾਈਨਲ ਕੋਰਡ ਪਿੱਛੇ ਨੂੰ ਨਿਕਲ ਜਾਂਦੀ ਆ, ਉਹਨੂੰ ਕਾਈਪੋਸਿਸ ਕਹਿੰਦੇ ਆ। ਹੁਣ ਬੇਟਾ ਕਾਈਪੋਸਿਸ ਦੇ ਕਾਜ਼ ਕੀ ਹੈਗੇ ਨੇ? ਪਹਿਲਾ ਜੀ ਮਾਲ ਨਿਊਟ੍ਰੀਸ਼ਨ, ਸੈਕਿੰਡ ਹੈਵੀ ਵੇਟ ਲਿਫਟ ਕਰਨਾ, ਥਰਡ ਇੰਪਰੋਪਰ ਫਰਨੀਚਰ, ਫੋਰਥ ਵੀਕ ਮਸਲਸ, ਫਿਫਥ ਬੈਂਡਿੰਗ ਵਾਈਲ ਵਾਕਿੰਗ, ਮਤਲਬ ਕਿ ਜਦੋਂ ਤੁਸੀਂ ਚੱਲਦੇ ਆ ਉਹਦੇ ਦੌਰਾਨ ਤੁਸੀਂ ਜਦੋਂ ਬੈਂਡ ਹੋਣਾ। ਸਿਕਸਥ ਹੈਗਾ ਜੀ ਵੇਅਰਿੰਗ ਸ਼ੇਪਲੈਸ ਐਂਡ ਟਾਈਟ ਕਲੋਥਸ, ਮਤਲਬ ਕਿ ਜਿਹੜੇ ਸ਼ੇਪਲੈਸ ਅਤੇ ਟਾਈਟ ਆਪਾਂ ਕੱਪੜੇ ਪਾਉਣੇ ਉਹਦੇ ਕਰਕੇ ਵੀ ਹੋ ਜਾਂਦਾ। ਡਿਊ ਟੂ ਹੈਰੀਡਿਟੀ, ਮਤਲਬ ਕਿ ਤੁਹਾਡੀ ਫੈਮਿਲੀ ਤੋਂ ਤੁਹਾਡੇ ਅੱਗੇ ਆ ਸਕਦਾ। ਨੰਬਰ 8 ਏਜ ਰਿਲੇਟਡ ਡਿਊ ਟੂ ਵੀਕਨੈਸ ਇਨ ਦਾ ਸਪਾਈਨ ਬੋਨ, ਮਤਲਬ ਕਿ ਜਦੋਂ ਤੁਹਾਡੀ ਏਜ ਜ਼ਿਆਦਾ ਹੋ ਜਾਂਦੀ ਹੈ ਤਾਂ ਤੁਹਾਡੀ ਸਪਾਈਨਲ ਕੋਰਡ ਵੀਕ ਹੋ ਜਾਂਦੀ ਆ, ਉਹਦੇ ਕਰਕੇ ਵੀ ਹੋ ਸਕਦਾ। ਹੁਣ ਪਹਿਲਾ ਸੀ ਬੇਟਾ ਮਾਲ ਨਿਊਟ੍ਰੀਸ਼ਨ। ਮਾਲ ਨਿਊਟ੍ਰੀਸ਼ਨ ਹੁੰਦਾ ਨਿਊਟ੍ਰੀਸ਼ਨ ਦੀ ਕਮੀ ਕਾਰਨ ਇਹ ਚੀਜ਼ਾਂ ਹੋ ਸਕਦੀਆਂ ਨੇ। ਫਿਰ ਫਰਨੀਚਰ ਇੰਬੈਲੈਂਸ ਹੋਣਾ, ਜਿਵੇਂ ਆਪਾਂ ਕਿਸੇ ਚੇਅਰ 'ਤੇ ਬੈਠਦੇ ਹਾਂ ਉੱਚੀ ਨੀਵੀਂ ਹੋਣੀ, ਜਾਂ ਆਪਾਂ ਕਿਸੇ ਟੇਬਲ ਬੈੱਡ 'ਤੇ ਪੈਂਦੇ ਹਾਂ, ਜਾਂ ਕਿਸੇ ਚੀਜ਼ 'ਤੇ ਆਪਾਂ ਲੇਟਦੇ ਹਾਂ ਉਹ ਵੀ ਉੱਚੀ ਨੀਵੀਂ ਹੋਣੀ, ਉਹਦੇ ਕਰਕੇ ਵੀ ਹੋ ਸਕਦਾ ਵਾ। ਇਸ ਤੋਂ ਬਾਅਦ ਵੀਕ ਮਸਲ, ਆਪਣੇ ਜਦੋਂ ਮਸਲ ਵੀਕ ਹੋ ਜਾਂਦੇ ਆ ਤਾਂ ਸਪਾਈਨਲ ਕੋਰਡ ਆਪਣੀ ਜਗ੍ਹਾ ਤੋਂ ਖਿਸਕ ਸਕਦੀ ਹੈ। ਉਸ ਤੋਂ ਬਾਅਦ ਜੇ ਆਪਾਂ ਚੱਲਦੇ ਸਮੇਂ ਜੇ ਝੁਕਾਂਗੇ ਉਹਦੇ ਕਰਕੇ ਵੀ ਹੋ ਜਾਂਦੀ। ਆਪਣੇ ਫੈਮਿਲੀ ਦੇ ਵਿੱਚ ਜੇ ਕਿਸੇ ਨੂੰ ਇਹ ਪ੍ਰੋਬਲਮ ਆ ਤਾਂ ਆਪਾਂ ਨੂੰ ਵੀ ਇਹ ਹੋ ਸਕਦੀ ਹੈ।